हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਇੰਟਰਸਟਿੰਗ ਫੈਕਟਸ ਬਾਰੇ। ਸੋ ਕੁਝ ਉਹ ਡੂੰਘੀਆਂ ਜਾਣਕਾਰੀਆਂ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ, ਜਿਵੇਂ ਕਿ ਇੱਕ ਸੂਰਜ ਗ੍ਰਹਿਣ ਕਾਰਨ ਕਿਵੇਂ ਰੁਕਿਆ ਕਈ ਸਾਲਾਂ ਤੋਂ ਚੱਲ ਰਿਹਾ ਯੁੱਧ, ਤੇ NFT ਕੀ ਹੈ ਤੇ ਸੱਪਾਂ ਨਾਲ ਭੁਚਾਲ ਆਉਣ ਦਾ ਕਿਵੇਂ ਪਤਾ ਲਗਾਇਆ ਜਾਂਦਾ ਸੀ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਸ਼ੂਗਰ ਦੇ ਮਰੀਜ਼ ਦਾ ਖੂਨ ਕਿਉਂ ਨਹੀਂ ਰੁਕਦਾ ਆਮ ਇਨਸਾਨ ਦੇ ਮੁਕਾਬਲੇ। ਤੁਸੀਂ ਬਹੁਤ ਵਾਰ ਦੇਖਿਆ ਹੋਵੇਗਾ ਜਦੋਂ ਛੋਟੀ-ਮੋਟੀ ਸੂਈ ਸਾਡੇ ਲੱਗਦੀ ਹੈ, ਜਿਵੇਂ ਖੂਨ ਕੱਢਣ ਲਈ ਜਾਂ ਗਲੂਕੋਜ਼ ਲਈ, ਤਾਂ ਉਸ ਨੂੰ ਬਾਹਰ ਕੱਢਣ ਤੋਂ ਬਾਅਦ ਡਾਕਟਰ ਸਾਨੂੰ ਕਾਟਨ ਦਿੰਦੇ ਨੇ। ਜਦੋਂ ਅਸੀਂ ਉਸ ਨੂੰ 5-7 ਸੈਕਿੰਡ ਬਾਅਦ ਉੱਥੋਂ ਹਟਾਉਂਦੇ ਹਾਂ ਤਾਂ ਖੂਨ ਰੁਕ ਜਾਂਦਾ ਹੈ। ਇਹ ਖੂਨ ਵਿੱਚ ਪਾਏ ਜਾਂਦੇ ਪਲੇਟਲੈਟ ਸੈਲਸ ਦੇ ਕਾਰਨ ਹੁੰਦਾ ਹੈ, ਜੋ ਕਿ ਉਸੇ ਵਕਤ ਖੂਨ ਰੋਕਣ ਲਈ ਲੱਗ ਜਾਂਦੇ ਨੇ। ਤੇ ਸ਼ੂਗਰ ਵਾਲੇ ਮਰੀਜ਼ ਦੇ ਇਹ ਸੈਲਸ ਨਾਰਮਲ ਕੰਮ ਨਹੀਂ ਕਰਦੇ, ਜਿਸ ਕਾਰਨ ਖੂਨ ਰੋਕਣ ਵਿੱਚ ਮੁਸ਼ਕਲ ਆਉਂਦੀ ਹੈ। ਇੱਕ ਰਿਪੋਰਟ ਅਨੁਸਾਰ ਇੰਡੀਆ ਵਿੱਚ 8.9% ਪਾਪੂਲੇਸ਼ਨ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਹੈ, ਮਤਲਬ ਕਿ 10 ਤੋਂ 15 ਕਰੋੜ ਦੇ ਕਰੀਬ ਲੋਕ, ਜੋ ਕਿ ਇੱਕ ਬਹੁਤ ਵੱਡਾ ਅੰਕੜਾ ਹੈ। ਤੇ ਤੁਹਾਨੂੰ ਦੱਸ ਦਈਏ ਕਿ ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਆਪ ਤਾਂ ਘੱਟ ਨੁਕਸਾਨ ਪਹੁੰਚਾਉਂਦੀ ਹੈ, ਪਰ ਇਸ ਦੇ ਚੱਲਦੇ ਜੋ ਸਰੀਰ ਵਿੱਚ ਹੋਰ ਬਿਮਾਰੀਆਂ ਹੁੰਦੀਆਂ ਨੇ ਉਹਨਾਂ ਦਾ ਪ੍ਰਭਾਵ ਵੱਧ ਜਾਂਦਾ ਹੈ। ਤੇ ਬਹੁਤ ਸਾਰੇ ਮਰੀਜ਼ ਇਸ ਨੂੰ ਖਾਣ ਪੀਣ ਦੀਆਂ ਆਦਤਾਂ ਨੂੰ ਸੁਧਾਰ ਕੇ ਵੀ ਠੀਕ ਕਰ ਲੈਂਦੇ ਨੇ। ਸੋ ਜਿਵੇਂ ਕਿ ਅਸੀਂ ਅਕਸਰ ਦੇਖਦੇ ਹਾਂ ਕਿ ਅੱਜ ਕੱਲ੍ਹ ਸ਼ੂਗਰ ਦੇ ਪੇਸ਼ੈਂਟ ਬਹੁਤ ਜ਼ਿਆਦਾ ਵੱਧ ਰਹੇ ਨੇ। ਇਹ ਸਾਡੇ ਲਾਈਫ ਸਟਾਈਲ ਕਾਰਨ ਹੈ, ਸਾਡੇ ਖਾਣ ਪੀਣ ਕਾਰਨ। ਜਦੋਂ ਗਲੂਕੋਜ਼ ਤੇ ਇਨਸੂਲਿਨ ਦੇ ਬੈਲੈਂਸ ਵਿੱਚ ਥੋੜੀ ਜਿਹੀ ਵੀ ਗੜਬੜ ਹੋਈ ਤਾਂ ਸ਼ੂਗਰ ਜਨਮ ਲੈ ਲੈਂਦੀ ਹੈ। ਸੋ ਇਸ ਚੀਜ਼ ਨੂੰ ਹੀ ਸਹੀ ਕਰਨ ਲਈ ਇੱਕ ਕੁਦਰਤੀ ਪ੍ਰੋਡਕਟ ਬਾਰੇ ਅਸੀਂ ਤੁਹਾਨੂੰ ਜਾਣੂ ਕਰਾ ਰਹੇ ਹਾਂ, ਸਨੋਵਾ ਡਾਇਬਟਿਕ ਕੇਅਰ। ਸੋ ਜੇਕਰ ਮੇਥੀ ਦੀ ਗੱਲ ਕਰੀਏ ਤਾਂ ਉਹ ਆਪਣੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਤੇ ਦੂਜਾ ਗੁਡਮਾਰ, ਜੋ ਕਿ ਟਾਈਪ 1 ਤੇ ਟਾਈਪ 2 ਦੋਨਾਂ ਤਰ੍ਹਾਂ ਦੀ ਸ਼ੂਗਰ ਲਈ ਵਰਤਿਆ ਜਾਂਦਾ ਹੈ। ਇਸ ਨੂੰ ਕੰਟਰੋਲ ਕਰਨ ਲਈ ਇਹ ਇਨਸੂਲਿਨ ਦੇ ਦਬਾਅ ਨੂੰ ਵਧਾਉਂਦਾ ਹੈ ਤੇ ਗਲੂਕੋਜ਼ ਨੂੰ ਕੰਟਰੋਲ ਕਰਦਾ ਹੈ। ਤੇ ਦਾਰੂ ਹਰੀਦਰਾ, ਜੋ ਕਿ ਗਲੂਕੋਜ਼ ਦੇ ਲੈਵਲ ਨੂੰ ਵਧਣ ਤੋਂ ਰੋਕਦੀ ਹੈ। ਸੋ ਇਹ ਇੱਕ ਕੁਦਰਤੀ ਪ੍ਰੋਡਕਟ ਹੋਣ ਕਰਕੇ ਇਸ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ। ਪਰ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਦਵਾਈਆਂ ਚੱਲ ਰਹੀਆਂ ਨੇ, ਉਸ ਨੂੰ ਆਪਣੇ ਡਾਕਟਰ ਤੋਂ ਸਲਾਹ ਲੈ ਕੇ ਹੀ ਇਸ ਦਵਾਈ ਨੂੰ ਲੈਣਾ ਚਾਹੀਦਾ ਹੈ। ਤੇ ਪ੍ਰੈਗਨੈਂਟ, ਨਰਸਿੰਗ ਤੇ ਲੈਕਟੇਟਿੰਗ ਵੂਮਨਸ ਨੇ ਇਸ ਨੂੰ ਨਹੀਂ ਲੈਣਾ। ਸੋ ਕੰਪਨੀ ਦਾ ਕਹਿਣਾ ਹੈ ਕਿ ਤੁਸੀਂ ਇਸ ਨੂੰ ਦਿਨ ਵਿੱਚ 2 ਵਾਰੀ ਲੈ ਸਕਦੇ ਹੋ, ਜਾਂ ਖਾਣਾ ਖਾਣ ਤੋਂ 1.5 ਘੰਟਾ ਪਹਿਲਾਂ ਜਾਂ 1.5 ਘੰਟਾ ਬਾਅਦ ਵਿੱਚ। ਸੋ ਕੁੱਲ ਮਿਲਾ ਕੇ ਸਨੋਵਾ ਡਾਇਬਟਿਕ ਕੇਅਰ ਇੱਕ ਬਹੁਤ ਹੀ ਨੈਚੁਰਲ ਤਰੀਕੇ ਨਾਲ ਬਣਾਈ ਗਈ ਹੈ ਸ਼ੂਗਰ ਦੇ ਰੋਗੀਆਂ ਨੂੰ ਰਾਹਤ ਦੇਣ ਲਈ। ਬਾਕੀ ਜਦੋਂ ਤੁਸੀਂ ਇਸ ਨੂੰ ਯੂਜ਼ ਕਰੋਗੇ ਉਸ ਤੋਂ ਬਾਅਦ ਤੁਹਾਨੂੰ ਇਸ ਦੇ ਫਾਇਦੇ ਦੇਖਣ ਨੂੰ ਮਿਲ ਜਾਣਗੇ। ਸੋ ਲਿੰਕ ਡਿਸਕ੍ਰਿਪਸ਼ਨ 'ਚ ਮਿਲ ਜਾਵੇਗਾ, ਇੱਕ ਵਾਰੀ ਚੈੱਕ ਕਰਕੇ ਜਰੂਰ ਦੇਖੋ ਜੇਕਰ ਤੁਸੀਂ ਆਪਣੀ ਡਾਇਬਟਿਕ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ। ਤੇ ਅੱਗੇ ਗੱਲ ਕਰਦੇ ਹਾਂ, ਸਾਲ 2019 ਵਿੱਚ ਆਸਟ੍ਰੇਲੀਆ ਦੇ ਲੋਕਾਂ ਨੇ ਦੇਖਿਆ ਕਿ ਦੇਸ਼ੀ ਮੁਦਰਾ ਦੇ $50 ਦੇ ਨੋਟ ਤੇ ਛਪਾਈ ਵਿੱਚ ਇੱਕ ਅੱਖਰ ਦੀ ਗਲਤੀ ਹੈ। ਆਸਟ੍ਰੇਲੀਅਨ ਰਿਜ਼ਰਵ ਬੈਂਕ RBA ਨੇ $50 ਦੇ ਨੋਟ ਤੇ ਰਿਸਪੌਂਸਿਬਿਲਟੀ ਦੇ ਸ਼ਬਦ ਵਿੱਚ ਥੋੜੀ ਜਿਹੀ ਮਿਸਟੇਕ ਕਰ ਦਿੱਤੀ ਸੀ। ਬੈਂਕ ਨੂੰ ਇਸ ਬਾਰੇ ਪਤਾ ਲੱਗਣ ਤੱਕ ਬੈਂਕ ਨੇ 4.5 ਕਰੋੜ ਤੋਂ ਵੱਧ ਨੋਟ ਪ੍ਰਕਾਸ਼ਿਤ ਕਰ ਦਿੱਤੇ ਸੀ। ਇਹਨਾਂ ਨੋਟਾਂ ਵਿੱਚ ਇੱਕ I ਦੀ ਗਲਤੀ ਹੋ ਗਈ ਸੀ ਤੇ 6 ਮਹੀਨੇ ਬਾਅਦ ਜਦੋਂ ਕਿਸੇ ਨੇ ਮੈਗਨੀਫਾਈ ਗਲਾਸ ਨਾਲ ਪੂਰਾ ਨੋਟ ਦੇਖਿਆ ਤਾਂ ਉਦੋਂ ਇਸ ਗਲਤੀ ਦਾ ਪਤਾ ਲੱਗਿਆ। ਇਹਨਾਂ ਨੋਟਾਂ ਨੂੰ ਸਰਕੂਲੇਸ਼ਨ ਵਿੱਚ ਚੱਲਦਿਆਂ ਹੀ ਟਾਈਪ ਚੇਂਜ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਹ ਬਹੁਤ ਹੀ ਛੋਟਾ ਅੱਖਰ ਸੀ, ਨਾ ਕਿ ਨੋਟ ਦਾ ਮੇਨ ਅੱਖਰ। ਇਸ ਕਰਕੇ ਇਸ ਤੇ ਕਿਸੇ ਦੀ ਨਜ਼ਰ ਨਹੀਂ ਗਈ, ਪਰ ਸਰਕਾਰ ਵੱਲੋਂ ਕੀਤੀ ਗਈ ਇਹ ਗਲਤੀ ਇੱਕ ਬਹੁਤ ਵੱਡੀ ਗਲਤੀ ਸੀ। ਤੇ ਅੱਗੇ ਗੱਲ ਕਰਦੇ ਹਾਂ, ਜੋ ਵੀ ਹੁੰਦਾ ਚੰਗੇ ਲਈ ਹੁੰਦਾ ਹੈ। ਕੀ ਤੁਹਾਨੂੰ ਪਤਾ ਹੈ ਕਿ ਇੱਕ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਯੁੱਧ ਸੂਰਜ ਗ੍ਰਹਿਣ ਕਾਰਨ ਖਤਮ ਹੋ ਗਿਆ ਸੀ? ਤੇ ਇਹ ਕਿਵੇਂ ਹੋਇਆ, ਇਸ ਬਾਰੇ ਗੱਲ ਕਰਦੇ ਹਾਂ। 585 BCE ਵਿੱਚ 28 ਮਈ ਨੂੰ ਸੂਰਜ ਗ੍ਰਹਿਣ ਹੋਇਆ। ਉਸ ਦੇ ਕਾਰਨ 6 ਸਾਲ ਤੋਂ ਪੁਰਾਣਾ ਚੱਲ ਰਿਹਾ ਯੁੱਧ ਖਤਮ ਹੋ ਗਿਆ। ਅਸਲ ਵਿੱਚ ਇਹ ਯੁੱਧ ਮੀਡਸ ਤੇ ਲੀਡੀਅਨਸ ਦੇ ਵਿਚਕਾਰ ਚੱਲ ਰਿਹਾ ਸੀ। ਸੋ ਸੂਰਜ ਗ੍ਰਹਿਣ ਹੋਣ ਕਾਰਨ ਦਿਨ ਵਿੱਚ ਹੀ ਹਨੇਰਾ ਹੋ ਗਿਆ ਸੀ ਤੇ ਇਸ ਕਾਰਨ ਯੁੱਧ ਨੂੰ ਥੋੜੀ ਦੇਰ ਲਈ ਰੋਕ ਦਿੱਤਾ ਗਿਆ, ਕਿਉਂਕਿ ਉਸ ਸਮੇਂ ਰਾਤ ਨੂੰ ਯੁੱਧ ਬੰਦ ਹੋ ਜਾਇਆ ਕਰਦੇ ਸੀ। ਤੇ ਜਿਸ ਕਰਕੇ ਯੁੱਧ ਨੂੰ ਰੋਕ ਦਿੱਤਾ ਗਿਆ ਤੇ ਸਾਰੇ ਸੈਨਿਕ ਮੈਦਾਨ ਦੇ ਵਿੱਚ ਹੀ ਬੈਠ ਗਏ। ਤੇ ਉਸ ਸਮੇਂ ਉਹਨਾਂ ਨੇ ਇੱਕ ਦੂਜੇ ਨਾਲ ਜਦੋਂ ਗੱਲਾਂ ਕੀਤੀਆਂ, ਉਸ ਸਮੇਂ ਉਹਨਾਂ ਨੂੰ ਪਤਾ ਲੱਗਿਆ ਕਿ ਯਾਰ ਇਹ ਬੰਦੇ ਵੀ ਵਧੀਆ ਨੇ, ਕਿਉਂਕਿ ਇਸ ਤੋਂ ਪਹਿਲਾਂ ਉਹਨਾਂ ਨੇ ਸਰਪੜਾਈ ਤੋਂ ਬਿਨਾਂ ਹੋਰ ਕੋਈ ਕੰਮ ਹੀ ਨਹੀਂ ਕੀਤਾ ਸੀ। ਗੱਲ ਤਾਂ ਬਹੁਤ ਦੂਰ ਦੀ ਹੈ, ਪਰ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਲੱਗਿਆ ਕਿ ਸਾਨੂੰ ਇਹ ਯੁੱਧ ਖਤਮ ਕਰ ਦੇਣਾ ਚਾਹੀਦਾ ਹੈ। ਇਸ ਸਮੇਂ ਜਦੋਂ ਸਾਰੇ ਸੈਨਿਕ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ ਤਾਂ ਉਹਨਾਂ ਵਿੱਚ ਸਮਝੌਤਾ ਹੋ ਗਿਆ ਕਿ ਅਸੀਂ ਇਹ ਯੁੱਧ ਨਹੀਂ ਲੜਾਂਗੇ, ਤੇ ਇਸ ਵਜ੍ਹਾ ਕਾਰਨ ਇਸ ਯੁੱਧ ਨੂੰ ਰੋਕ ਦਿੱਤਾ ਗਿਆ, ਜਾਂ ਫਿਰ ਕਹਿ ਸਕਦੇ ਹਾਂ ਕਿ ਇਹ ਯੁੱਧ ਖਤਮ ਹੋ ਗਿਆ। ਤੇ ਇਸ ਕਰਕੇ ਹੀ ਇਸ ਨੂੰ ਬੈਟਲ ਆਫ ਦਾ ਐਕਲਿਪਸ ਕਿਹਾ ਜਾਂਦਾ ਹੈ। ਤੇ ਅੱਜ ਵੀ ਇਸ ਯੁੱਧ ਬਾਰੇ ਉੱਥੋਂ ਦੀਆਂ ਕਿਤਾਬਾਂ ਵਿੱਚ ਪੜ੍ਹਾਇਆ ਜਾਂਦਾ ਹੈ। ਸੋ ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਨਾਲ ਕੋਈ ਮਸਲਾ ਹੋਵੇ ਤਾਂ ਪਹਿਲਾਂ ਗੱਲਬਾਤ ਜ਼ਰੂਰੀ ਕਰ ਲੈਣੀ ਚਾਹੀਦੀ ਹੈ, ਕਿਉਂਕਿ ਗੱਲਬਾਤ ਹੀ ਹਰ ਇੱਕ ਮਸਲੇ ਦਾ ਹੱਲ ਹੈ। ਜਦੋਂ ਇੰਨੇ ਵੱਡੇ ਯੁੱਧ ਖਤਮ ਹੋ ਸਕਦੇ ਨੇ ਤਾਂ ਅੱਜ ਕੱਲ ਦੇ ਰੋਲੇ ਇਸ ਦੇ ਸਾਹਮਣੇ ਕੀ ਨੇ? ਤੇ ਅੱਗੇ ਗੱਲ ਕਰਦੇ ਹਾਂ, ਕਈ ਵਾਰ ਜੋ ਚੀਜ਼ ਸਾਨੂੰ ਸ਼ੁਰੂ ਵਿੱਚ ਫਨ ਦਿੰਦੀ ਹੈ ਉਹ ਬਾਅਦ ਵਿੱਚ ਬਹੁਤ ਖਤਰਨਾਕ ਸਿੱਧ ਵੀ ਹੋ ਸਕਦੀ ਹੈ। ਜਿਵੇਂ ਕਿ 1920 ਵਿੱਚ ਅਮਰੀਕਨ
ਕੰਪਨੀ ਨੇ ਇੱਕ ਰੈਡੀਥਰ ਨਾਮ ਦੀ એનર્ਜੀ ਡਰਿੰਕ ਬਣਾਈ ਤੇ ਉਹ ਕੰਪਨੀ ਦਾਅਵਾ ਕਰਦੀ ਸੀ ਕਿ ਇਸ ਤੋਂ ਬਿਹਤਰ એનર્ਜੀ ਡਰਿੰਕ ਪੂਰੀ ਦੁਨੀਆ ਤੇ ਨਹੀਂ ਹੈ। ਇਹ ਡਰਿੰਕ ਇੰਨੀ ਪ੍ਰਸਿੱਧ ਹੋਈ ਕਿ ਲੋਕ ਇਸ ਨੂੰ ਪਾਣੀ ਦੀ ਤਰ੍ਹਾਂ ਪੀਣ ਲੱਗੇ। ਸਰੀਰ ਦੇ ਦਰਦ ਤੋਂ ਲੈ ਕੇ ਥਕਾਨ, ਕੰਮ ਕਰਨ ਦੀ ਇੱਛਾ, ਸਭ ਦਾ ਇਲਾਜ ਲੋਕਾਂ ਨੇ ਇਸ ਡਰਿੰਕ ਨੂੰ ਬਣਾ ਲਿਆ। ਪਰ ਕੁਝ ਸਾਲਾਂ ਬਾਅਦ ਜਦੋਂ ਇਸ ਡਰਿੰਕ ਨਾਲ ਲੋਕਾਂ ਦੇ ਮਰਨ ਦੀ ਖਬਰ ਸਾਹਮਣੇ ਆਉਣ ਲੱਗੀ ਤਾਂ ਫਿਰ ਇਸ ਦੀ ਜਾਂਚ ਕੀਤੀ ਗਈ ਤੇ ਜਾਂਚ ਵਿੱਚ ਪਾਇਆ ਗਿਆ ਕਿ ਇਸ ਦੇ ਵਿੱਚ ਡਰਿੰਕ ਵਾਲੇ ਰੇਡੀਅਮ ਪਾਉਂਦੇ ਸੀ, ਜੋ ਕਿ ਇਨਸਾਨ ਦੇ ਸਰੀਰ ਲਈ ਇੱਕ ਜ਼ਹਿਰ ਦੀ ਤਰ੍ਹਾਂ ਕੰਮ ਕਰ ਰਿਹਾ ਸੀ, ਜਿਸ ਨਾਲ ਲੋਕਾਂ ਨੂੰ ਤਾਕਤ ਮਿਲ ਰਹੀ ਸੀ। ਅਸਲ ਵਿੱਚ ਇਹ ਇਨਸਾਨ ਲਈ ਇੱਕ ਜ਼ਹਿਰ ਦੇ ਬਰਾਬਰ ਹੁੰਦਾ ਹੈ। ਇਸ ਡਰਿੰਕ ਨੂੰ ਬਣਾਉਣ ਵਾਲੇ ਬੰਦੇ ਦਾ ਨਾਮ ਵਿਲੀਅਮ ਜੇ ਬੈਲੀ ਸੀ ਤੇ ਇਸ ਨਾਲ ਮੌਤ ਹੁੰਦੀ ਹੈ। ਇਸ ਦਾ ਪਤਾ ਲੱਗਣ ਤੋਂ ਬਾਅਦ ਇਸ ਡਰਿੰਕ ਨੂੰ ਬੰਦ ਕਰ ਦਿੱਤਾ ਗਿਆ ਤੇ ਤੁਹਾਨੂੰ ਦੱਸ ਦਈਏ ਕਿ ਇਹ ਡਰਿੰਕ ਨੂੰ ਬਣਾਉਣ ਵਾਲੇ ਵਿਲੀਅਮ ਦਾ ਆਪ ਦਾ ਜਵਾੜਾ ਵੀ ਇਸ ਡਰਿੰਕ ਕਾਰਨ ਖਰਾਬ ਹੋ ਗਿਆ ਸੀ, ਜਿਸ ਕਰਕੇ ਉਸ ਨੂੰ ਆਪਣਾ ਜਵਾੜਾ ਬਾਅਦ ਵਿੱਚ ਬਾਹਰ ਕਢਾਉਣਾ ਪਿਆ। ਤੇ ਅੱਗੇ ਗੱਲ ਕਰਦੇ ਹਾਂ, ਅੱਜ ਦੇ ਸਮੇਂ ਐਲੂਮੀਨੀਅਮ ਦੀ ਕੀਮਤ 200 ਰੁਪਏ ਦੇ ਕਰੀਬ 1 ਕਿਲੋ ਹੈ, ਪਰ 150 ਸਾਲ ਪਹਿਲਾਂ ਐਲੂਮੀਨੀਅਮ ਸੋਨਾ ਤੇ ਚਾਂਦੀ ਤੋਂ ਵੀ ਮਹਿੰਗਾ ਸੀ। ਇਹ ਧਾਤੂ ਦੀ ਖੋਜ 1825 ਦੇ ਆਸ-ਪਾਸ ਹੋਈ ਸੀ, ਪਰ ਜਦੋਂ ਪਹਿਲੀ ਵਾਰ ਇਸ ਚਮਕਦੀ ਧਾਤੂ ਨੂੰ ਲੋਕਾਂ ਨੇ ਦੇਖਿਆ ਤਾਂ ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਸੋਨਾ ਤੇ ਚਾਂਦੀ ਤੋਂ ਵੀ ਮਹਿੰਗੀ ਚੀਜ਼ ਲੱਭ ਲਈ ਹੈ। ਬੇਸ਼ੱਕ ਉਸ ਸਮੇਂ ਐਲੂਮੀਨੀਅਮ ਦੀ ਕੀਮਤ ਸੋਨਾ ਚਾਂਦੀ ਤੋਂ ਵੀ ਬਹੁਤ ਜ਼ਿਆਦਾ ਹੋ ਗਈ ਸੀ, ਪਰ 1870 ਦੇ ਆਸ-ਪਾਸ ਜਦੋਂ ਵਿਗਿਆਨੀਆਂ ਨੇ ਪਿਘਲੇ ਹੋਏ ਐਲੂਮੀਨੀਅਮ ਵਿੱਚ ਕਰੰਟ ਪੈਦਾ ਕਰਕੇ ਐਲੂਮੀਨੀਅਮ ਨੂੰ ਆਸਾਨੀ ਨਾਲ ਬਾਹਰ ਕੱਢਣ ਦਾ ਰਸਤਾ ਬਣਾ ਲਿਆ ਤਾਂ ਇਸ ਦੀ ਕੀਮਤ ਜਮਾਂ ਹੀ ਡਿੱਗ ਪਈ। ਪਰ ਇਸ ਖੋਜ ਤੋਂ ਬਹੁਤ ਹੀ ਰੈਵੋਲੂਸ਼ਨ ਆਇਆ। ਸੋ ਐਲੂਮੀਨੀਅਮ ਦੀ ਵਰਤੋਂ ਹਵਾ ਵਿੱਚ ਉੱਡਦੇ ਜਹਾਜ਼ ਤੋਂ ਲੈ ਕੇ ਪਾਣੀ ਵਿੱਚ ਚੱਲ ਰਹੀ ਪਣਡੁੱਬੀ ਤੱਕ ਕੀਤੀ ਜਾਣ ਲੱਗੀ, ਕਿਉਂਕਿ ਇਹ ਬਹੁਤ ਹੀ ਹਲਕੀ ਹੈ। ਪਰ ਸੋਨੇ ਤੇ ਚਾਂਦੀ ਨੂੰ ਇਸ ਤਰ੍ਹਾਂ ਵਧਾਉਣ ਦਾ ਤਰੀਕਾ ਅਜੇ ਤੱਕ ਨਹੀਂ ਆਇਆ, ਪਰ ਜਦੋਂ ਆ ਗਿਆ ਤਾਂ ਇਸ ਦੀ ਕੀਮਤ ਵੀ ਡਿੱਗ ਸਕਦੀ ਹੈ। ਤੇ ਅੱਗੇ ਗੱਲ ਕਰਦੇ ਹਾਂ NFT। ਇਸ ਬਾਰੇ ਬਹੁਤ ਸਾਰੇ ਲੋਕਾਂ ਨੇ ਸੁਣਿਆ ਹੋਵੇਗਾ ਤੇ ਬਹੁਤ ਸਾਰਿਆਂ ਨੂੰ ਪਤਾ ਵੀ ਹੋਵੇਗਾ, ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਕਿ ਇਸ ਦੀ ਫੁੱਲ ਫਾਰਮ ਹੁੰਦੀ ਹੈ ਨਾਨ ਫੰਜੀਬਲ ਟੋਕਨ। ਨਾਨ ਫੰਜੀਬਲ ਦਾ ਮਤਲਬ ਹੁੰਦਾ ਹੈ ਨਾਨ ਰਿਪਲੇਸੇਬਲ ਜਾਂ ਨਾਨ ਐਕਸਚੇਂਜੇਬਲ, ਮਤਲਬ ਅਸੀਂ ਇਸ ਚੀਜ਼ ਨੂੰ ਕਿਸੇ ਮਿਲਦੀ ਜੁਲਦੀ ਚੀਜ਼ ਨਾਲ ਬਦਲ ਨਹੀਂ ਸਕਦੇ, ਕਿਉਂਕਿ ਇਹ ਆਪਣੇ ਆਪ ਵਿੱਚ ਯੂਨੀਕ ਚੀਜ਼ ਹੈ। ਉਦਾਹਰਨ ਦੇ ਤੌਰ ਤੇ ਜੇ ਸਾਡੇ ਕੋਲ 2000 ਰੁਪਏ ਦਾ ਨੋਟ ਹੈ ਤਾਂ ਅਸੀਂ ਉਸ ਨੂੰ ਬਦਲ ਕੇ 400-500 ਦੇ ਨੋਟ ਲੈ ਸਕਦੇ ਹਾਂ। ਇਸ ਕਰਕੇ ਇਸ ਨੂੰ ਫੰਜੀਬਲ ਕਹਿੰਦੇ ਆ। ਤੇ ਜਿਵੇਂ ਮੋਨਾਲੀਸਾ ਦੀ ਪੇਂਟਿੰਗ ਹੈ, ਉਸ ਨੂੰ ਅਸੀਂ ਕਿਸੇ ਨਵੀਂ ਮੋਨਾਲੀਸਾ ਦੀ ਪੇਂਟਿੰਗ ਨਾਲ ਬਦਲ ਨਹੀਂ ਸਕਦੇ, ਉਹ ਆਪਣੇ ਆਪ ਵਿੱਚ ਹੀ ਯੂਨੀਕ ਹੈ ਤੇ ਉਸ ਨੂੰ ਕਿਹਾ ਜਾਂਦਾ ਹੈ ਨਾਨ ਫੰਜੀਬਲ। ਤੇ ਹੁਣ ਤੁਹਾਨੂੰ ਦੱਸ ਦਈਏ ਕਿ ਟੋਕਨ ਦਾ ਮਤਲਬ ਕੀ ਹੈ। ਸੋ ਜਿਵੇਂ ਕਿ ਅਸੀਂ ਜ਼ਮੀਨ ਲੈਂਦੇ ਹਾਂ ਤੇ ਉਸਦੇ ਬਹੁਤ ਸਾਰੇ ਕਾਗਜ਼ਾਤ ਬਣਦੇ ਨੇ, ਇਸੇ ਤਰ੍ਹਾਂ ਜਦੋਂ ਅਸੀਂ ਡਿਜੀਟਲ ਐਸੈਟ ਖਰੀਦਦੇ ਹਾਂ NFT ਦੇ ਤੌਰ ਤੇ, ਇਹ ਇੱਕ ਸਿਰੇ ਤੱਕ ਕਾਗਜ਼ਾਂ ਦੇ ਤੌਰ ਤੇ ਹੀ ਕੰਮ ਕਰਦੀ ਹੈ। ਮਤਲਬ ਇਹ ਇੱਕ ਬਹੁਤ ਵੱਡਾ ਪ੍ਰੂਫ ਹੁੰਦਾ ਹੈ ਕਿ ਇਸ ਦੇ ਓਨਰ ਅਸੀਂ ਹਾਂ ਤੇ ਇਹ ਸਾਨੂੰ ਡਿਜੀਟਲ ਟੋਕਨ ਦੇ ਰੂਪ ਵਿੱਚ ਮਿਲਦਾ ਹੈ। ਇਸ ਨੂੰ ਅਸੀਂ ਬਲੌਕਚੇਨ ਤੇ ਟਰੈਕ ਵੀ ਕਰ ਸਕਦੇ ਹਾਂ, ਜਿਸ ਦੀ ਮਦਦ ਨਾਲ ਬਿਟਕੋਇਨ ਤੇ ਹੋਰ ਕ੍ਰਿਪਟੋ ਕਰੰਸੀਆਂ ਕੰਮ ਕਰਦੀਆਂ ਨੇ। ਇਸ ਨੂੰ ਕਿਸੇ ਵੀ ਦੇਸ਼ ਦਾ ਕੋਈ ਬੰਦਾ ਬਦਲ ਨਹੀਂ ਸਕਦਾ, ਕਿਉਂਕਿ ਬਲੌਕਚੇਨ ਵਿੱਚ ਕੋਈ ਵੀ ਛੇੜਖਾਨੀ ਨਹੀਂ ਕੀਤੀ ਜਾ ਸਕਦੀ। ਸੋ ਇਸ ਵਿੱਚ ਹਰ ਇੱਕ ਟ੍ਰਾਂਜੈਕਸ਼ਨ ਕੋਈ ਵੀ ਇਨਸਾਨ ਦੇਖ ਸਕਦਾ ਹੈ। ਇਹ ਇੱਕ ਬੇਸਿਕ ਤੌਰ ਤੇ ਤੁਹਾਨੂੰ ਸਮਝਾ ਰਹੇ ਹਾਂ, ਟੈਕਨੀਕਲ ਭਾਸ਼ਾ ਵਿੱਚ ਤੁਸੀਂ ਇਸ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਸਮਝ ਸਕਦੇ ਹੋ। ਕਹਿਣ ਦਾ ਮਤਲਬ ਕਿ NFT ਇੱਕ ਅਜਿਹੀ ਚੀਜ਼ ਹੈ ਜਿੱਥੇ ਤੁਸੀਂ ਆਪਣੀ ਆਰਟ ਵਰਕ, ਪੇਂਟਿੰਗ ਜਾਂ ਹੋਰ ਕੁਝ ਵੀ ਕ੍ਰੀਏਟਿਵ ਚੀਜ਼ ਬਣਾ ਕੇ ਵੇਚ ਸਕਦੇ ਹੋ। ਪੇਂਟਿੰਗ ਤਾਂ ਚਲੋ ਲੋਕ ਬਣਾਉਂਦੇ ਹੀ ਨੇ, ਲੋਕਾਂ ਨੇ ਆਪਣੀਆਂ 100 ਫੋਟੋਆਂ ਖਿੱਚ ਕੇ ਇਕੱਠੀਆਂ ਕਰਕੇ ਇੱਕ ਫੋਟੋ ਬਣਾ ਕੇ NFT ਬਣਾ ਕੇ ਵੇਚ ਦਿੱਤੀ, ਉਹ ਵੀ ਕਈ ਮਿਲੀਅਨਸ ਦੇ ਵਿੱਚ। ਤੇ ਇਸ ਨੂੰ ਦੋ ਤਰ੍ਹਾਂ ਵੇਚਿਆ ਜਾ ਸਕਦਾ ਹੈ। ਇੱਕ ਤਾਂ ਤੁਸੀਂ ਪੂਰੀ ਓਨਰਸ਼ਿਪ ਅਗਲੇ ਨੂੰ ਵੇਚ ਦਿੰਦੇ ਹੋ, ਜਾਂ ਫਿਰ ਇਸ ਵਿੱਚ ਤੁਸੀਂ 10% ਓਨਰਸ਼ਿਪ ਆਪਣੀ ਰੱਖ ਲੈਂਦੇ ਹੋ, ਜਿਸ ਨਾਲ ਜਦੋਂ ਵੀ ਤੁਹਾਡੀ ਇਹ ਫੋਟੋ ਵਿਕੇਗੀ ਕਿਸੇ ਵੀ ਓਨਰ ਨੂੰ ਤਾਂ ਤੁਹਾਨੂੰ 10% ਇਸ ਦੀ ਰਾਇਲਟੀ ਆਉਂਦੀ ਰਹੇਗੀ। ਬੇਸ਼ੱਕ ਇਹ 10 ਸਾਲ ਤੱਕ ਵਿਕਦੀ ਰਹੇ, 10 ਸਾਲ ਤੱਕ ਤੁਹਾਨੂੰ 10% ਇਸ ਤੋਂ ਰਾਇਲਟੀ ਆਉਂਦੀ ਰਹੇਗੀ। ਇਸ ਨੂੰ ਸ਼ੁਰੂਆਤ ਵਿੱਚ ਜਦੋਂ ਤੁਸੀਂ ਵੇਚਿਆ ਸੀ ਉਸ ਦੇ ਪੈਸੇ ਤਾਂ ਤੁਹਾਨੂੰ ਮਿਲਣੇ ਹੀ ਨੇ, ਪਰ ਬਾਅਦ ਵਿੱਚ ਵੀ ਜਦੋਂ ਅੱਗੇ ਇਸ ਦੀ ਸੇਲ ਹੁੰਦੀ ਰਹੇਗੀ ਤਾਂ ਤੁਹਾਨੂੰ ਉਸ ਦਾ ਵੀ ਕੁਝ ਨਾ ਕੁਝ ਪ੍ਰੋਫਿਟ ਮਿਲਦਾ ਰਹੇਗਾ, ਕਿਉਂਕਿ ਇਹ NFT ਤੁਸੀਂ ਅਪਲੋਡ ਕੀਤੀ ਸੀ, ਇਸ ਦੀ ਓਨਰਸ਼ਿਪ ਤੁਹਾਡੇ ਕੋਲ ਸੀ। ਤੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਇਸ ਉੱਤੇ ਕੀ ਸਭ ਤੋਂ ਮਹਿੰਗਾ ਵਿਕਿਆ ਹੈ। ਜੋ ਤੁਸੀਂ ਆਪਣੀ ਸਕਰੀਨ ਤੇ ਇਹ ਫੋਟੋਆਂ ਦੇਖ ਰਹੇ ਹੋ, ਇਹ ਸਭ ਤੋਂ ਮਹਿੰਗੀਆਂ ਵਿਕੀਆਂ ਨੇ। ਇਹਨਾਂ ਦੀ ਕੀਮਤ ਕ੍ਰਿਪਟੋ ਕਰੰਸੀ ਵਿੱਚ ਲਗਾਈ ਜਾਂਦੀ ਹੈ, ਜਿਵੇਂ ਕਿ ਅਥੀਰੀਅਮ ਹੋ ਗਿਆ ਜਾਂ ਪੌਲੀ ਵਰਗੇ ਹੋਰ ਟੋਕਨ ਹੁੰਦੇ ਨੇ। ਸੋ ਕੁੱਲ ਮਿਲਾ ਕੇ ਅੱਜ ਦੇ ਸਮੇਂ NFT ਕਰੋੜਾਂ ਰੁਪਈਆਂ ਵਿੱਚ ਵਿਕ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਮਾਰਕ ਜ਼ੁਕਰਬਰਗ ਵੀ ਇਹ ਸੋਚ ਰਿਹਾ ਹੈ ਕਿ NFT ਨੂੰ ਇੰਸਟਾਗ੍ਰਾਮ ਤੇ ਲਿਆਇਆ ਜਾਵੇ ਤਾਂ ਜੋ ਇੰਸਟਾ ਯੂਜ਼ਰ ਇੱਥੋਂ ਹੀ NFT ਖਰੀਦ ਕੇ ਵੇਚ ਸਕਣ। ਤੇ ਤੁਹਾਨੂੰ ਦੱਸ ਦਈਏ ਕਿ ਇਹ ਚੀਜ਼ ਫਿਊਚਰ ਹੈ। ਇਸ ਦੇ ਨਾਲ ਹੀ ਹੁਣ ਲੋਕ ਮੈਟਾਵਰਸ ਵਿੱਚ ਆਪਣੇ ਪਲਾਟ ਵੀ ਖਰੀਦ ਰਹੇ ਨੇ ਵਰਚੁਅਲ ਤੌਰ ਤੇ, ਜਿਸ ਨੂੰ ਕਈ ਲੋਕ ਗੇਮਸ ਵਿੱਚ ਯੂਜ਼ ਕਰ ਰਹੇ ਨੇ ਤੇ ਕਈ
ਕਈਆਂ ਨੇ ਹਾਲੇ ਕਰਨਾ ਹੈ। ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਕਿ ਇਹ ਵਰਚੁਅਲ ਸਪੇਸ ਵਿੱਚ ਜੋ ਥਾਂ ਖਰੀਦਦੇ ਨੇ ਇਹ ਨਾਰਮਲ ਥਾਂ ਜਾਂ ਪਲਾਟਾਂ ਨਾਲੋਂ ਵੀ ਮਹਿੰਗੀ ਹੁੰਦੀ ਜਾ ਰਹੀ ਹੈ ਤੇ ਇਸ ਦੇ ਰੇਟ 800 ਗੁਣਾ ਵੱਧ ਰਹੇ ਨੇ। ਤੇ ਇੱਥੇ ਸਾਨੂੰ ਫਾਇਦਾ ਇਹ ਹੈ ਕਿ ਇੱਥੇ ਕੋਈ ਰਜਿਸਟਰੀ ਜਾਂ ਹੋਰ ਚੀਜ਼ਾਂ ਨਹੀਂ ਕਰਾਉਣੀਆਂ ਪੈਂਦੀਆਂ। ਤੇ ਤੁਹਾਨੂੰ ਦੱਸ ਦਈਏ ਕਿ ਮੈਟਾਵਰਸ ਵਿੱਚ ਹੁਣੇ ਦਲੇਰ ਮਹਿੰਦੀ ਨੇ ਵੀ ਇੱਕ ਲੈਂਡ ਖਰੀਦੀ ਹੈ ਜਿਸ ਦਾ ਨਾਮ ਉਸਨੇ ਬੱਲੇ ਬੱਲੇ ਲੈਂਡ ਰੱਖਿਆ ਹੈ। ਸੋ ਅੱਗੇ ਗੱਲ ਕਰਦੇ ਹਾਂ ਕਿਵੇਂ ਸੱਪਾਂ ਦੇ ਨਾਲ ਭੁਚਾਲ ਆਉਣ ਦਾ ਪਤਾ ਲਾ ਲੈਂਦੇ ਸੀ ਪੁਰਾਣੇ ਸਮੇਂ ਦੇ ਲੋਕ। ਬੇਸ਼ੱਕ ਅੱਜ ਅਸੀਂ ਆਧੁਨਿਕ ਯੁੱਗ ਵਿੱਚ ਰਹਿ ਰਹੇ ਹਾਂ ਪਰ ਪੁਰਾਣੇ ਸਮੇਂ ਦੇ ਲੋਕਾਂ ਦੀ ਸੋਚ ਸਾਡੇ ਨਾਲੋਂ ਕਿਤੇ ਅੱਗੇ ਸੀ। ਜਿਵੇਂ ਕਿ ਪੁਰਾਣੇ ਸਮੇਂ ਵਿੱਚ ਭੁਚਾਲ ਆਉਣ ਦਾ ਪਤਾ ਲਗਾਉਣ ਲਈ ਸੱਪਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਤੇ ਇਹ ਕਿਵੇਂ ਕੀਤਾ ਜਾਂਦਾ ਸੀ? ਉਦੋਂ ਕਿਸੇ ਇੱਕ ਥਾਂ ਤੇ ਸੱਪਾਂ ਲਈ ਖੁੱਡਾਂ ਬਣਾਈਆਂ ਜਾਂਦੀਆਂ ਸੀ ਤੇ ਹਰੇਕ ਖੁੱਡ ਵੱਖਰੀ ਵੱਖਰੀ ਨਸਲ ਦੇ ਸੱਪ ਨੂੰ ਦਿੱਤੀ ਜਾਂਦੀ ਸੀ। ਜੇਕਰ ਕਦੇ ਸਾਰੇ ਸੱਪ ਇੱਕੋ ਸਮੇਂ ਖੁੱਡਾਂ ਚੋਂ ਬਾਹਰ ਨਿਕਲ ਆਉਂਦੇ ਤਾਂ ਇਹ ਨਿਸ਼ਚਿਤ ਹੋ ਜਾਂਦਾ ਸੀ ਕਿ ਭੁਚਾਲ ਆਉਣ ਵਾਲਾ ਹੈ। ਤੇ ਇਹ ਕੁਝ ਦੇਸ਼ਾਂ ਵਿੱਚ ਹੀ ਹੁੰਦਾ ਸੀ ਕਿਉਂਕਿ ਸੱਪ ਬਹੁਤ ਹੀ ਸੈਂਸਿਟਿਵ ਵਾਈਬ੍ਰੇਸ਼ਨ ਨੂੰ ਮਹਿਸੂਸ ਕਰ ਸਕਦੇ ਨੇ ਜੋ ਉਹਨਾਂ ਨੂੰ ਅਜੀਬ ਲੱਗਦੀ ਹੈ। ਤੇ ਅੱਜ ਦੇ ਸਮੇਂ ਸਾਇੰਸਮੋਮੀਟਰ ਨਾਮ ਦੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ ਭੁਚਾਲ ਆਉਣ ਬਾਰੇ ਪਤਾ ਕਰਨ ਲਈ। ਸੋ ਲਾਸਟ ਵਿੱਚ ਗੱਲ ਕਰਦੇ ਹਾਂ, ਅਸੀਂ ਹਮੇਸ਼ਾ ਸ਼ਿਕਾਇਤ ਕਰਦੇ ਹਾਂ ਕਿ ਰੱਬ ਸਾਡੀਆਂ ਬੇਨਤੀਆਂ ਨੂੰ ਝਟਪਟ ਨਹੀਂ ਮੰਨਦਾ ਪਰ ਸਾਨੂੰ ਉਸ ਦੇ ਧੰਨਵਾਦੀ ਵੀ ਹੋਣਾ ਚਾਹੀਦਾ ਹੈ ਕਿਉਂਕਿ ਉਹ ਸਾਡੀਆਂ ਗਲਤੀਆਂ ਦੀਆਂ ਸਜ਼ਾਵਾਂ ਸਾਨੂੰ ਝਟਪਟ ਨਹੀਂ ਦਿੰਦਾ। ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।